बिस्मिल्लाहिर्रहमानिर्रहीम। अस्सलाम वालेकुम नाज़रीन, मलिक इजाज़ गाइड टीवी की जानब से एक नई वीडियो के साथ हाज़िर है। आज मैं तहसील दुनियापुर ज़िला लोधरा के गांव 37M में एक कामयाब किसान के फार्म पर मौजूद हूं, जहां मैं उनसे इनके तजर्बे की बुनियाद पर जानवरों की देखभाल, ख़रीदो फ़रोख्त और इनके फार्म के सेटअप के हवाले से इनका इंटरव्यू करूँगा। इससे पहले कि मैं इंटरव्यू का बाकायदा आगाज़ करूँ, जो दोस्त मेरे चैनल पर नए हैं इनसे गुजारिश है कि वो सब्सक्राइब के बटन को क्लिक करके मेरे चैनल को सब्सक्राइब करें और साथ घंटी के बटन को दबाएं, ताकि अगली दफ़ा जो वीडियो अपलोड करूं इसका नोटिफिकेशन आपको मिल सके। वीडियो को आखिर तक देखें। वीडियो पसंद आए तो इसको लाइक और शेयर ज़रूर करें। तो चलें इंटरव्यू का आगाज़ करते हैं। अस्सलाम वालेकुम जी। वालेकुम सलाम। भाईजान ਤੁਹਾਡਾ ਨਾਂ ਕੀ ਹੈ? मोहम्मद इफ्तिखार। इफ्तिखार भाई, ये फार्म तुसी किन्ने अरसे दा बनाया है? ये असी 6 साल का बनाया। अच्छा, 6 साल हो गए माशाल्लाह जी। अच्छा, तो ये तकरीबन फार्म का एरिया किन्ना है? 2 कनाल। 2 कनाल। ये जगह तुहाडी अपनी है किराए ते? साड़ी अपनी। अच्छा, अगर एक बंदा कोई किराए ते लेना चाहे तो किन्ने दी मिल जाएगी अंदाज़न? 2 कनाल 2 कनाल एवरेज बन जाएगी कोई 15,000 महीना। 15,000 महीना। अच्छा, तो फार्म तो तुसी किहड़े जानवर रखे ने? असी झोटी का ही काम करने जी। अच्छा, झोटी लैके ਇਹਦੀ ਉਹਨੂੰ ਤਿਆਰ ਕਰਕੇ ਤਿਆਰ ਜਦੋਂ ਹੋ ਜਾਂਦੀ ਫਿਰ ਉਹਨੂੰ ਸੇਲ ਕਰ ਦਈਦਾ। अच्छा, ये झोटी वगैरह तुसी कित्थों लैंदे हो? मंडी च। मंडी मसलन मुल्तान वाली मंडी च? बहावलपुर मुल्तान अच्छा, चेचावद ਨੂੰ ਚੈੱਕ ਕਰ ਲਈਦੀ। इस टाइम तुसी किन्ने क जानवर इत्थे रखे ने अपने कोल? ਵੀ इनकी गुंजाइश फार्म तुहाडे दी किन्नी है? ਤੇ 30 दी फार्म। अच्छा अच्छा, ये एवरेज ਤੁਹਾਨੂੰ जानवर किन्ने क दा पै ਜਾਂਦਾ? अगर तुसी 20 जानवर लैके आंदे हो तो एवरेज जानवर ਤੁਹਾਨੂੰ किन्ने क दा पै ਜਾਂਦਾ? क्योंकि रेट तो मुख्तलिफ होएगा, कुछ ज़्यादा कुछ घट। ਇਹ ਸਾਨੂੰ ਐਵਰੇਜ ਬਣ ਜਾਂਦਾ ਕੋਈ 80,000 ਪਰ ਹੈਡ। अच्छा, 80,000 पर हेड। तो ये सेल फिर किन्ने क दी बन जाती है पर हेड? ਸੇਲ ਬਣ ਜਾਂਦੀ ਕੋਈ 1,60,000 70,000 65,000 70,000 ਇੱਥੇ ਕੋਈ 35 ਲੱਖ ਤੱਕ। अच्छा, तो ये तुसी जानवर किहड़ी नस्ल ਦੀਆਂ ਮੱਝਾਂ ਰੱਖਦੇ ਹੋ ਛੋਟੀਆਂ? ਰਿਵੀ ਨਾਲ ਹੀ। अच्छा, ये ਇਹਨਾਂ ਦੀ ਖੁਰਾਕ ਵਗੈਰਾ ਦਾ ਕੀ ਬੰਦੋਬਸਤ ਹੈ? ਤੁਸੀਂ ਅਸੀਂ ਆਪਣਾ ਚਾਰਾ ਪਾਉਂਦੇ ਹਾਂ ਤੇ ਕੋਈ ਵੰਡਾ ਪਾਉਂਦੇ ਹਾਂ। ਵੰਡਾ ਖੁਦ ਤਿਆਰ ਕਰਦੇ ਹੋ ਜਾਂ ਨਹੀਂ ਮਾਰਕੀਟ ਚ ਲਾ ਕੇ। ਤੇ ਜਿਹੜਾ ਚਾਰਾ ਸਬਜ਼ ਚਾਰਾ ਪਾਉਂਦੇ ਹੋ ਉਹ ਆਪਣਾ ਹੈ ਜਾਂ ਕੋਈ ਵੀ ਠੇਕੇ ਤੇ ਜ਼ਮੀਨ? ਨਹੀਂ, ਉਹ ਆਪਣਾ। ਅੱਛਾ, ਤੇ ਇਹ ਵੰਡਾ ਜਿਹੜਾ ਹੈ ਜੀ ਇਹ ਕਿਹੜੀ ਕੰਪਨੀ ਦਾ ਇਸਤੇਮਾਲ ਕਰ ਰਹੇ ਹੋ? ਪੰਜਨਾਦ। ਪੰਜਨਾਦ ਕੰਪਨੀ ਦਾ। ਇਹ ਚਾਰਾ ਵਗੈਰਾ ਅਗਰ ਸਿਰਫ ਤੁਸੀਂ ਉਹੀ ਇਸਤੇਮਾਲ ਕਰ ਰਹੇ ਹੋ, ਚਰੀ ਵਗੈਰਾ ਜਾਂ ਕੋਈ ਇਹਨਾਂ ਦੀ ਖਾਸ ਹੁੰਦਾ? ਨਹੀਂ, ਮੈਂ ਕਈ ਕੋਈ ਸੈਲ ਵੀ ਬਣਾ ਲਈਦਾ, ਫਿਰ ਚਰੀ ਵਗੈਰਾ ਵੀ ਜ਼ਿਆਦਾ ਜਵੀ ਦਾ ਆਪਣਾ। ਰੋਡ ਗ੍ਰਾਸ ਦੇ ਬਾਰੇ ਕੀ ਖਿਆਲ ਹੈ ਉਹ ਹੈ ਵੀ ਅਸੀਂ ਲਾਇਆ ਉਹ ਵੀ। ਅੱਛਾ, ਉਹਦੀ ਫਸਲ ਅੱਛੀ ਦਿੰਦੀ ਹੈ? ਖੁਰਾਕ ਬਿਹਤਰੀਨ ਖੁਰਾਕ ਹੀ ਅੱਛੀ ਖੁਰਾਕ। बढ़ोतरी ਤੇ ਫਰਕ ਪੈਂਦਾ? ਬਿਹਤਰੀਨ ਫਸਲ ਚਾਰਾ ਮਕਈ ਦੇ ਬਰਾਬਰ ਦਾ। ਇਫਤਿਖਾਰ ਭਾਈ, ਇਹ ਜਿਹੜਾ ਤੁਸੀਂ ਚਾਰਾ ਖਰੀਦਦੇ ਆਪਣਾ ਬਣਾਉਂਦੇ ਹੋ ਸਾਈਲੇਜ, ਇਹਦੇ ਵਾਸਤੇ ਕੋਈ ਤੁਹਾਡੇ ਕੋਲ ਆਪਣੀ ਮਸ਼ੀਨ ਹੈ ਜਾਂ ਕਿਰਾਏ ਵਗੈਰਾ ਤੇ? ਨਹੀਂ, ਕਿਰਾਏ ਤੇ ਲੈ ਗਏ ਇਹਦੇ। ਉਹਦਾ ਕਿਰਾਇਆ ਤਕਰੀਬਨ ਕਿੰਨੇ ਕੁ ਪੈ ਜਾਂਦਾ? ਉਹ ਆਪਾਂ 8,000 ਏਕੜ ਲੈਂਦੇ ਨੇ। ਆਸਾਨੀ ਨਾਲ ਮਿਲ ਜਾਂਦੀ ਹੈ? ਹਾਂ, ਮੁਸ਼ਕਲ ਤਾਂ ਹੁੰਦੀ ਥੋੜੀ ਜਿਹੀ, ਲੇਕਿਨ ਮਿਲ ਜਾਂਦੀ ਹੈ। ਅੱਛਾ, ਉਹ ਸਾਈਲੇਜ ਵਗੈਰਾ ਕਿਹੜੀ ਕਿਹੜੀ ਫਸਲ ਦਾ ਬਣਾਉਂਦੇ ਹੋ? ਸੈਲੇਜ ਮੱਕੀ ਦਾ ਹੀ ਬਣਾਈਦਾ ਇਕੱਲਾ। ਅੱਛਾ, ਤੇ ਇੱਕ ਸਾਲ ਦੇ ਵਿੱਚ ਤਕਰੀਬਨ 4 ਵਾਰੀ ਪਰ ਏਕੜ ਜਿਹੜਾ ਨਾ ਸੈਲੇਜ ਬਣ ਜਾਂਦੀ। ਅੱਛਾ, ਤੇ ਇਹ ਤਕਰੀਬਨ ਇਹਨਾਂ ਦੀ ਖੁਰਾਕ ਦਾ ਸ਼ਡਿਊਲ ਤੁਹਾਡੇ ਜਾਨਵਰਾਂ ਦਾ ਕੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ? ਸਵੇਰ ਇਹਨਾਂ ਨੂੰ 6 ਤੋਂ ਲੈ ਕੇ 8 ਤੱਕ ਖਿਲਾਈਦਾ ਇਹਨਾਂ ਨੂੰ ਵੰਡਾ, ਤੇ ਪਾਣੀ ਪੂਣੀ ਇਹਨਾਂ ਪੀ ਲੈਣਾ, ਤੇ ਉਸ ਤੋਂ ਪਿੱਛੇ ਫਿਰ ਇਹਨਾਂ 4 ਵਜੇ ਸੈਲੇਜ ਪਾਉਣਾ। ਸੈਲੇਜ ਪਰ ਹੈਡ 20 ਕਿਲੋ ਛੱਡ ਦੇਣਾ, ਉਹ ਹੀ ਇਹਨਾਂ ਖਾਣਾ ਬਸ। ਤੇ ਸ਼ਾਮ ਨੂੰ ਪਾਣੀ ਦਾ ਵਗੈਰਾ ਕੁਝ? ਪਾਣੀ ਖੁੱਲ੍ਹਾ ਹੀ ਹੈ, ਖੁੱਲ੍ਹੇ ਜਾਨਵਰ ਨੇ ਪੀ ਲੈਂਦੇ ਨੇ ਆਪੇ। ਅੱਛਾ, ਉਹਦੇ ਲਈ ਕੋਈ ਅਲੱਗਾ ਤੁਸੀਂ ਤਲਾਬ ਵਗੈਰਾ ਵੀ ਬਣਾਇਆ ਨਹਾਉਣ ਇਹਨਾਂ ਜਾਨਵਰਾਂ ਨੂੰ ਨਹਾਉਣ ਵਾਸਤੇ ਜਾਂ ਕੋਈ ਇਸ ਤਰ੍ਹਾਂ ਦਾ? ਉਹ ਸਾਡੇ ਨਜ਼ਦੀਕ ਨਹਿਰ ਹੈ, ਉੱਥੇ ਲੈ ਜਾਂਦੇ ਆ, ਨਹਿਰ ਤੋਂ ਨਹਾ ਨੂੰ ਕੇ ਆ ਜਾਂਦੇ ਨੇ। ਅੱਛਾ, ਯਾਨੀ ਕਿ ਉਹ ਤਲਾਬ ਨਹੀਂ ਤੁਸੀਂ ਅਜੇ ਫਿਲਹਾਲ? ਹਾਂ, ਨਹੀਂ, ਉਹ ਨਹੀਂ ਜ਼ਰੂਰਤ ਨਹੀਂ। ਅੱਛਾ, ਤੇ ਇਹ ਜਾਨਵਰ ਅਮੂਮਨ ਇੱਕ ਜਾਨਵਰ ਤੁਹਾਡੇ ਖਿਆਲ 'ਚ ਕਿੰਨਾ ਖਰਚਾ ਆ ਜਾਂਦਾ ਹੈ? ਇਹ ਤੁਸੀਂ ਇੱਕ ਤਕਰੀਬਨ 1 ਸਾਲ ਕਹਿ ਰਹੇ ਹੋ ਰੱਖਨੇ ਅਸੀਂ, ਉਸ ਤੋਂ ਬਾਅਦ ਜਦੋਂ ਤਿਆਰ ਹੁੰਦੀ ਸੇਲ ਕਰਨੇ ਤੇ ਕਿੰਨਾ ਖਰਚਾ ਇੱਕ ਜਾਨਵਰ ਤੇ ਤਕਰੀਬਨ ਆ ਜਾਂਦਾ? ਇੱਕ ਜਾਨਵਰ ਤੇ ਆ ਜਾਂਦਾ 20 ਤੋਂ 25,000 ਰੁਪਇਆ। ਯਾਨੀ ਕਿ ਅਗਰ ਤੁਸੀਂ 80,000 ਦੀ ਲੈਂਦੇ ਹੋ ਐਵਰੇਜ, ਹਾਂਜੀ, ਤੇ 20 ਤੋਂ 25,000 ਯਾਨੀ ਕਿ ਤੁਹਾਨੂੰ 1,05,10,000 ਦੇ ਵਿੱਚ ਪੈਂਦੀ ਹੈ। 1 ਲੱਖ ਤੇ ਸੇਲ ਕਿੰਨੇ ਦੀ ਦੱਸੀ ਜੇ? ਸੇਲ ਤਕਰੀਬਨ 70 ਚ ਹੋ ਜਾਂਦੀ ਹੈ। 170 ਚ ਜੀ? ਹਾਂਜੀ, 170। ਯਾਨੀ ਕਿ ਤੁਹਾਡਾ ਮੁਨਾਫਾ 60,000। ਹਾਂ, 60 65 ਐਵਰੇਜ ਹੋ ਜਾਂਦੇ ਐਵਰੇਜ ਆ ਜਾਂਦੀ। ਅੱਛਾ, ਇਹ ਤੁਸੀਂ ਦੱਸਿਆ ਕਿ ਤਕਰੀਬਨ ਇਹ 20 ਜਾਨਵਰ ਅਸੀਂ ਰੱਖਨੇ ਐਟ ਏ ਟਾਈਮ? ਹਾਂਜੀ। ਅੱਛਾ, ਇਹ ਖੁਰਾਕ ਦਾ ਤੁਸੀਂ ਦੱਸ ਦਿੱਤਾ, ਇਹ 20 ਜਾਨਵਰ ਦੀ ਤਕਰੀਬਨ ਐਵਰੇਜ ਕਿੰਨਾ ਕੁ ਮੁਨਾਫਾ ਬਣ ਜਾਏਗਾ? 20 ਜਾਨਵਰ ਤਕਰੀਬਨ ਜਿਹੜਾ ਮੁਨਾਫਾ ਆ ਜਾਂਦਾ ਸਾਨੂੰ ਕੋਈ 12-13 ਲੱਖ ਰੁਪਏ।
ਸਾਲਾਨਾ ਜੀ। ਸਾਲਾਨਾ। ਅੱਛਾ, ਤੇ ਤੁਸੀਂ ਇਹ ਕਿਸੇ ਨੂੰ ਮਸ਼ਵਰਾ ਦਿਓਗੇ ਇਸ ਤਰ੍ਹਾਂ ਦਾ ਫਾਰਮ ਬਣਾਉਣ? ਹਾਂਜੀ ਬਿਲਕੁਲ, ਅਸੀਂ ਮਸ਼ਵਰਾ ਦੇਵਾਂਗੇ ਕਿ ਫਸਲ ਇਹਦਾ ਸਾਥ ਨਹੀਂ ਸਹੀ ਦਿੰਦੀ। ਡੇਅਰੀ ਫਾਰਮ ਬਿਹਤਰੀਨ ਹੈ, ਸਹੀ ਹੈ, ਮੁਨਾਫੇ ਬਖਸ਼ ਫਸਲ ਹੈ। ਅਸੀਂ ਸਾਡਾ ਇਰਾਦਾ ਇੱਕ ਹੋਰ ਹੋਏਗਾ ਇਹਦਾ ਬਣਾਉਣ ਦਾ, ਕਿ ਉਹ ਵਸੀਅ ਤਿਆਰ ਕਰਕੇ ਬਣਾਉਂਦੇ ਹਾਂ, ਵੱਡਾ ਬਣਾਉਂਦੇ ਹਾਂ ਇਸ ਤੋਂ। ਅੱਛਾ, ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਫਾਰਮ ਬਣਾਉਣਾ ਚਾਹੁੰਦਾ। ਹਾਂਜੀ। ਪਹਿਲੇ ਸਾਨੂੰ ਇਹ ਦੱਸੋ ਕਿ ਇਸ ਫਾਰਮ ਤੇ ਤੁਹਾਡਾ ਕਿੰਨਾ ਖਰਚਾ ਆ ਗਿਆ ਜਿਹੜਾ ਤੁਸੀਂ ਮੋਟਰ ਸ਼ੈਡ ਬਣਾਇਆ ਜਾਂ ਇਸ ਤੇ ਕੋਈ ਆ ਗਿਆ ਕੋਈ 6 ਲੱਖ ਰੁਪਏ। ਅੱਛਾ, ਅੱਜ ਤੋਂ 6 ਸਾਲ ਪਹਿਲੇ? ਹਾਂਜੀ ਹਾਂਜੀ, ਕੋਈ ਪਹਿਲੇ ਦੀ ਮਾਰਾ ਸੀ, ਕੋਈ ਪਿੱਛੇ ਬਣਾਈ ਫਿਰ। ਅੱਛਾ, ਤੇ ਇਹ ਹੁਣ ਅਗਰ ਕੋਈ ਬਣਾਉਣਾ ਚਾਹੇ ਤਕਰੀਬਨ ਇਹਦੇ ਤੇ ਕਿੰਨਾ ਖਰਚਾ ਆ ਸਕਦਾ? ਹੁਣ ਵੀ ਕੋਈ ਬਣਾਉਣਾ ਚਾਹੇ ਤੇ ਤਕਰੀਬਨ 7 ਲੱਖ ਆ ਜਾਏਗਾ, 7.5 ਆ ਜਾਏਗਾ। ਅੱਛਾ ਅੱਛਾ, ਇਹ ਦੱਸੋ ਬਈ ਇਹ ਜਾਨਵਰਾਂ ਨੂੰ ਕੋਈ ਬਿਮਾਰੀਆਂ ਸ਼ਮਾਰੀਆਂ ਵੀ ਆਉਂਦੀਆਂ ਨੇ? ਹਾਂਜੀ ਆਉਂਦੀਆਂ ਨੇ, ਬਿਮਾਰੀ ਲੱਗ ਜਾਂਦੀ ਮੌਸਮ ਦੇ ਮੁਤਾਬਕ। ਇਹਨਾਂ ਨੇ ਵੈਕਸੀਨ ਕਰਾਈ ਦੀ, ਵੈਕਸੀਨੇਟਰ ਗੌਰਮੈਂਟ ਦੇ ਹੈ ਨੇ, ਉਹ ਆ ਜਾਂਦੇ ਨੇ, ਉਹ ਕਰਦੇ ਨੇ। ਵੈਸੇ ਵੀ ਨੈਸਲੇ ਕੰਪਨੀ LPP ਇੱਕ ਸਰਵਿਸ ਚੱਲ ਰਹੀ, ਉਹ ਵੀ ਕਰ ਜਾਂਦੇ ਨੇ। ਡਾਕਟਰ ਸਾਡੇ ਕੋਲ ਆਉਂਦੇ ਨੇ, ਬਿਹਤਰੀਨ ਇਹਨਾਂ ਦੀ ਵੈਕਸੀਨ ਹੁੰਦੀ ਹੈ। ਫਿਰ ਕੋਈ ਨਾ ਕੋਈ ਵਜ੍ਹਾ ਬਣ ਜਾਂਦੀ, ਕੋਈ ਮਰਜ਼ ਵਗੈਰਾ ਦੀ, ਜਿਸ ਤਰ੍ਹਾਂ ਕਿ ਮੂੰਹ ਖੋਰੇ ਜਾਂ ਕੋਈ, ਫਿਰ ਇਲਾਜ ਮੁਆਲਜੇ ਵਾਸਤੇ ਵੀ ਉਹ ਡਾਕਟਰ ਹੀ ਆ ਜਾਂਦੇ ਨੇ। ਉਹ ਡਾਕਟਰ ਇਹਨਾਂ ਦਾ ਬਿਹਤਰੀਨ ਇਲਾਜ ਮੁਆਲਜਾ ਹੋ ਜਾਂਦਾ। ਅਗਰ ਟਾਈਮ 'ਤੇ ਵੈਕਸੀਨ ਹੋਈ ਹੋਵੇ ਤਾਂ ਕੋਈ ਆ ਮਸਲਾ ਨਹੀਂ ਬਣਦਾ ਇਹਨਾਂ ਨੂੰ ਨਾ, ਡੰਗਰਾਂ ਨੂੰ ਕੋਈ ਬਿਮਾਰੀ ਦੀ ਮੇਨ ਵਜ੍ਹਾ ਨਹੀਂ ਹੁੰਦੀ। ਤੇ ਇਹਨਾਂ ਨੂੰ ਮੇਨ ਬਿਮਾਰੀਆਂ ਜਿਹੜੀਆਂ ਨੇ ਉਹ ਕਿਹੜੀਆਂ ਨੇ? ਮੇਨ ਬਿਮਾਰੀਆਂ ਇਹ ਮੂੰਹ ਖੋਰ, ਚੌੜੇ ਮਾਰ, ਤੇ ਜਾਂ ਕਿ ਇਹਨਾਂ ਦਾ ਕੋਈ ਗਲ ਘੋਟੂ ਦੀ ਕੋਈ ਸ਼ਿਕਾਇਤ, ਬਹੁਤ ਕੰਮ ਬਣ ਜਾਂਦੀ ਹੈ। ਉਸ ਵਾਸਤੇ ਇਹ ਵੀ ਕੋਈ ਗਲ ਘੋਟੂ ਦਾ ਤਾਂ ਕੋਈ ਏਡਾ ਮਸਲਾ ਨਹੀਂ। ਜਿਹੜੀ ਹੈ ਨਾ ਮੂੰਹ ਖੋਰ, ਉਹਨੇ ਵਾਸਤੇ ਚੂਨਾ ਲਿਆ ਕੇ ਥੱਲੇ ਸੱਟ ਦਈਦਾ, ਉਹ ਅਕਸਰੀਅਤ ਫਿਰਦਾ ਰਿਹਾ ਤੇ ਉਹ ਜਰਾਸੀਮ ਮਰਦੇ ਰਹਿੰਦੇ ਨੇ। ਜਾਂ ਕੋਈ ਚਿੱਚੜਾਂ ਦੀ ਅਲਾਮਤ ਹੁੰਦੀ ਹੈ ਤੇ ਉਹ ਉਹਦੇ ਵਾਸਤੇ ਦਵਾਈ ਦੇ ਜਾਂਦੇ ਨੇ, ਉਹ ਉਹਨਾਂ ਨੂੰ ਉੱਤੇ ਫੁਹਾਰਾ ਮਾਰ ਦਈਦਾ, ਉਹਦੇ ਨਾਲ ਉਹ ਖਤਮ ਹੋਏ ਰਹਿੰਦੇ ਨੇ। ਕੋਈ ਏਡਾ ਵੱਡਾ ਮਸਲਾ ਨਹੀਂ ਬਣਦਾ। ਕੋਈ ਇਹਨਾਂ ਬਿਮਾਰੀਆਂ ਦਾ ਦੇਸੀ ਇਲਾਜ? ਦੇਸੀ ਇਲਾਜ ਜਿਹੜਾ ਹੈ ਉਹ ਟਮਾਟਰ, ਮਿਰਚਾਂ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੁੱਟ ਕੱਟ ਕੇ, ਅਗਰ ਕੋਈ ਇਹਨਾਂ ਦੇ ਹਾਜ਼ਮੇ ਨੂੰ ਕੋਈ ਵਜ੍ਹਾ ਹੈ ਤੇ ਉਹ ਦੇ ਦੂ ਛੜੀ ਦੀ, ਵਰਨਾ ਕੋਈ ਅਜਿਹੀ ਗੱਲ ਨਹੀਂ ਬਣਦੀ। ਲੂਣ ਲਾਣ ਇਹਨਾਂ ਦੇ ਅੱਗੇ ਪਿਆ, ਨਮਕ ਉਹ ਚੜ੍ਹਦੀਆਂ ਰਹਿੰਦੀਆਂ ਨੇ। ਇੱਕ ਜਿਹੜਾ ਅੱਜ ਕੱਲ੍ਹ ਮੇਨ ਇਸ਼ੂ ਹੋ ਰਿਹਾ, ਇਹਨਾਂ ਦੇ ਥਣ ਖਰਾਬ ਹੋ ਜਾਂਦੇ ਨੇ, ਉਹਦੀ ਕੀ ਵਜ੍ਹਾ ਹੁੰਦੀ ਹੈ? ਉਹਦਾ ਕੋਈ ਇਲਾਜ ਕੋਈ ਹੈ? ਹਾਂਜੀ, ਉਹਦਾ ਇਲਾਜ ਹੈ। ਉਹਦਾ ਇਲਾਜ ਡਾਕਟਰ ਕੋਲੋਂ ਕਰਾਈਦਾ, ਉਹ ਟੀਕੇ ਗੋਲੀਆਂ ਹਨ, ਟੈਬਲੇਟ ਅੱਛੀ ਤਰ੍ਹਾਂ। ਯਾਨੀ ਕਿ ਉਹਦਾ ਦੇਸੀ ਇਲਾਜ ਤੁਸੀਂ ਕੋਈ ਨਹੀਂ? ਦੇਸੀ ਇਲਾਜ ਉਹਨਾਂ ਦਾ ਐਡਾ ਨਹੀਂ ਸਹੀ ਰਹਿੰਦਾ, ਜਦਕਿ ਜਿੱਦਾਂ ਡਾਕਟਰੀ ਇਲਾਜ ਸਹੀ ਹੈ। ਅੱਛਾ, ਇਹ ਫਾਰਮ ਮਾਸ਼ਾਅੱਲਾ ਤੁਸੀਂ ਬੜਾ ਅੱਛਾ ਬਣਾਇਆ ਹੈ। ਤੇ ਇਹ ਤਕਰੀਬਨ ਇਹ ਜਾਨਵਰ ਗਰਮੀ ਦੇ ਵਿੱਚ, ਅੱਜ ਵੀ ਗਰਮੀ ਹੈ, ਇਹ ਇਹਨਾਂ ਲਈ ਤੁਸੀਂ ਕੋਈ ਹਵਾ ਦਾ ਬੰਦੋਬਸਤ ਨਹੀਂ ਕੀਤਾ? ਨਹੀਂ, ਇਹਨਾਂ ਵਾਸਤੇ ਪੱਖੇ ਲਾਈ ਦੇ ਜਦੋਂ ਜ਼ਿਆਦਾ ਗਰਮੀ ਹੋਵੇ, ਲੇਕਿਨ ਇਹ ਓਪਨ ਰੱਖਿਆ ਸਾਰਾ। ਇਹ ਓਪਨ ਦੀ ਇਹੀ ਵਜ੍ਹਾ ਨਾ ਵੀ ਗਰਮੀ ਨੂੰ ਇਹਨਾਂ ਨੂੰ ਉਸ ਸਾਈਡਾਂ ਦੇ ਹਰ ਸਾਈਡ ਤੋਂ ਹਵਾ ਪੈਂਦੀ ਰਹੇ। ਜਦੋਂ ਸਰਦੀ ਆਏਗੀ ਫਿਰ ਅਸੀਂ ਇਹਨੂੰ ਤਰਪਾਲ ਨਾਲ ਬੰਦ ਕਰ ਦਿਆਂਗੇ, ਦਸੰਬਰ ਤੇ ਜਨਵਰੀ ਦਾ ਮਹੀਨਾ। ਉਸ ਤੋਂ ਬਾਅਦ ਫਿਰ ਇਹ ਓਪਨ ਹੀ ਕਰ ਦਿਆਂਗੇ, ਬਿਲਕੁਲ ਇਹਨਾਂ ਨੂੰ ਹਵਾ ਦਾ ਸਿਸਟਮ ਸਾਰਾ ਚੱਲਦਾ ਰਹਿੰਦਾ। ਠੀਕ ਹੋ ਗਿਆ। ਤੇ ਤੁਸੀਂ ਕਿਸੇ ਲੋਕ ਨੂੰ, ਕਿਸੇ ਭਾਈ ਨੂੰ ਕੋਈ ਅਗਰ ਤੁਹਾਡੇ ਨਾਲ ਮਸ਼ਵਰਾ ਕਰਕੇ ਫਾਰਮ ਬਣਾਉਣਾ ਚਾਹੇ ਤਾਂ ਤੁਸੀਂ ਆਪਣਾ ਨੰਬਰ ਦੱਸੋਗੇ? ਹਾਂਜੀ ਦੱਸਾਂਗੇ ਅਸੀਂ ਉਹਨੂੰ। 0346 49 37 166 ਮੇਰਾ ਨੰਬਰ ਹੈ। ਮੈਂ ਮਜ਼ੀਦ ਮਸ਼ਵਰਾ ਦਿਆਂਗਾ ਜੇ ਕੋਈ ਕਰਨਾ ਚਾਹੇ। ਆਪਣਾ ਇਹ ਇਲਾਕੇ ਦਾ ਨਾਮ ਵੀ ਦੱਸ ਦਿਓ ਕਿ ਤੁਸੀਂ ਫਾਰਮ ਕਿਹੜੀ ਜਗ੍ਹਾ ਤੇ ਬਣਾਇਆ? ਹਾਂਜੀ, ਮੁਹੰਮਦ ਇਫਤਖਾਰ ਮੇਰਾ ਨਾਮ ਹੈ। ਚੱਕ 37M, ਤਹਿਸੀਲ ਦੁਨੀਆਪੁਰ, ਜ਼ਿਲ੍ਹਾ ਲੋਧਰਾ ਦਾ ਮੈਂ ਰਹਿਸ਼ੀ ਹਾਂ। ਤੇ 37M ਚੱਕ ਦੇ ਵਿੱਚ ਫਾਰਮ ਹੈ, ਨਾਲ ਹੀ ਰੋਡ ਦੇ। ਚਲੋ ਜੀ ਇਫਤਖਾਰ ਭਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਦਿੱਤਾ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਓ।